ਸਤਿ ਸ੍ਰੀ ਅਕਾਲ। ਮੈਂ ਮਿਸਿਜ਼ ਬਲਵੀਰ ਕੌਰ ਬਿਰਜ ਲਾਲ ਜਿੰਦਲ ਡੀਏਵੀ ਪਬਲਿਕ ਸਕੂਲ ਜਾਖਲ ਮੰਡੀ ਤੋਂ ਜਮਾਤ 10ਵੀਂ ਪਾਠ ਪੁਸਤਕ ਸਾਹਿਤਕ ਕਿਰਨਾਂ ਦਾ ਭਾਗ ਦੂਜਾ ਵਾਰਤਕ ਦੀ ਦਾ 5ਵਾਂ ਪਾਠ ਪੱਛੋਂ ਦੀਆਂ ਪੈਣ ਕਣੀਆਂ ਲੈ ਕੇ ਤੁਹਾਡੇ ਰੂਬਰੂ ਹੋ ਰਹੀ ਹਾਂ। ਪੱਛੋਂ ਦੀਆਂ ਪੈਣ ਕਣੀਆਂ ਜਿਹੜਾ ਪਾਠ ਹੈ ਉਹ ਪ੍ਰੀਤਮ ਰੂਪਾਲ ਦੁਆਰਾ ਲਿਖਿਆ ਹੋਇਆ ਹੈ। ਇਸ ਵਿੱਚ ਉਸਨੇ ਪਹਾੜੀ ਇਲਾਕੇ ਵਿੱਚ ਟਰੈਕਿੰਗ ਦੁਆਰਾ ਆਪਣਾ ਅਨੁਭਵ ਪੇਸ਼ ਕੀਤਾ ਹੈ ਅਤੇ ਨਾਲ ਹੀ ਉੱਥੋਂ ਦੇ ਵਾਤਾਵਰਨ, ਜੀਵਨ ਅਤੇ ਦ੍ਰਿਸ਼ਾਂ ਬਾਰੇ ਵੀ ਜਿਹੜਾ ਹੈ ਭਰਪੂਰ ਜਾਣਕਾਰੀ ਦਿੱਤੀ ਹੈ। ਲੇਖਕ ਆਪਣੇ ਕਾਫਲੇ ਨਾਲ ਪਹਾੜੀ ਇਲਾਕੇ ਵਿੱਚ ਬਣੀਆਂ ਪਗਡੰਡੀਆਂ ਰਾਹੀਂ ਤੁਰਿਆ ਜਾ ਰਿਹਾ ਹੈ। ਉਸ ਕਾਫਲੇ ਵਿੱਚ ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਸੰਗਰੂਰ ਦੀਆਂ ਕੁੜੀਆਂ ਹਨ। ਉਸ ਕਾਫਲੇ ਵਿੱਚ ਕੁਝ ਕੁੜੀਆਂ ਝੱਟ ਹੀ ਥੱਕ ਜਾਂਦੀਆਂ ਹਨ, ਪਰ ਰਸਤੇ ਵਿੱਚ ਥੋੜ੍ਹਾ ਆਰਾਮ ਕਰਦੇ ਹੋਏ ਉਹ ਸ਼ਿਲਾਂਗ ਤੱਕ ਪੁੱਜ ਹੀ ਗਈਆਂ ਸਨ। ਇਸ ਦੌਰਾਨ ਉਹਨਾਂ ਨੇ ਕਈ ਸਾਥੀ ਉਹਨਾਂ ਤੋਂ ਵਿਛੜ ਵੀ ਗਏ ਸਨ। ਲੇਖਕ ਦੇ ਨਾਲ ਜੋ ਕੁੜੀਆਂ ਸਨ ਉਹਨਾਂ ਦੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਉਹ ਵੀ ਰਸਤਾ ਭੁੱਲ ਗਏ ਸਨ। ਇਸ ਵਜ੍ਹਾ ਨਾਲ ਉਹਨਾਂ 3-4 ਕਿਲੋਮੀਟਰ ਵੱਧ ਪੈਂਡਾ ਜਿਹੜਾ ਸੀ ਤੈਅ ਕੀਤਾ ਹੈ। ਇਸ 'ਤੇ ਲੇਖਕ ਨੇ ਆਪਣੀ ਨੈਸ਼ਨਲ ਹਿਮਾਲਿਅਨ ਟ੍ਰੈਕਿੰਗ ਦੁਆਰਾ ਜਿਹੜਾ ਹੈ ਦਰਿਆ ਪਾਰ ਕਰਨ ਵਾਲੀ ਘਟਨਾ ਸੁਣਾਈ ਕਿ ਉਸ ਵੇਲੇ ਉਹ ਵੀ ਰਸਤਾ ਭੁੱਲਣ ਕਾਰਨ 3-4 ਦਿਨ ਬਰਫਾਂ ਵਿੱਚ ਹੀ ਰਹੇ ਸਨ ਅਤੇ ਉਹਨਾਂ ਕੋਲ ਖਾਣ ਪੀਣ ਦਾ ਸਮਾਨ ਵੀ ਨਹੀਂ ਸੀ ਅਤੇ ਉਹਨਾਂ ਨੇ ਬਰਫ਼ ਖਾ ਕੇ ਹੀ ਗੁਜ਼ਾਰਾ ਕੀਤਾ ਸੀ। ਇੰਨੇ ਨੂੰ ਉਹਨਾਂ ਦਾ ਦੂਜਾ ਸਾਥੀ ਮਨਜੀਤ ਵੀ ਉਹਨਾਂ ਨਾਲ ਆ ਰਲਿਆ। ਉਹ ਫਿਰ ਉੱਥੋਂ ਅੱਗੇ ਤੁਰ ਪਏ। ਉੱਥੇ ਨਿਵਾਨ ਸੀ ਜਿੱਥੋਂ ਦਾ ਦ੍ਰਿਸ਼ ਬਹੁਤ ਖੂਬਸੂਰਤ ਸੀ। ਕੁੜੀਆਂ ਨੇ ਉੱਥੋਂ ਤਸਵੀਰਾਂ ਵੀ ਲਈਆਂ। ਉੱਥੇ ਇੱਕਦਮ ਮੌਸਮ ਬਦਲ ਗਿਆ ਅਤੇ ਝੱਟ ਹੀ ਕਣੀਆਂ ਦੇ ਨਾਲ ਬਰਫ਼ ਜਿਹੜੀ ਸੀ ਪੈਣ ਲੱਗੀ। ਫਿਰੋਜ਼ਪੁਰ ਦੀ ਰਾਣੀ ਜੋ ਪਹਾੜੀ ਪੰਛੀ ਵੇਖਣਾ ਚਾਹੁੰਦੀ ਸੀ ਉਹ ਵੀ ਉਹਨਾਂ ਤੋਂ ਵਿਛੜ ਗਈ ਸੀਗੀ। ਲੜਕੀਆਂ ਨੇ ਤਿੱਬਤੀਆਂ ਦੇ ਵਿਆਹ 'ਤੇ ਗਿੱਧਾ ਵੀ ਪਾਇਆ। ਰਸਤੇ ਵਿੱਚ ਉਹਨਾਂ ਨੂੰ ਪਹਾੜਨ ਔਰਤਾਂ ਮਿਲੀਆਂ ਜੋ ਲੱਕੜਾਂ, ਟੋਕਰੀਆਂ ਆਦਿ ਪਿੱਠ 'ਤੇ ਲੱਦ ਕੇ ਜਾ ਰਹੀਆਂ ਸਨ। ਉਹਨਾਂ ਵਿੱਚ ਇੱਕ ਨਵ ਵਿਆਹੀ ਕੁੜੀ ਵੀ ਸੀ। ਉਸ ਦੀ ਗੁੱਤ ਸੀਸਿਆਂ ਨਾਲ ਜੜੀ ਹੋਈ ਸੀ ਜੋ ਬਹੁਤ ਸੁੰਦਰ ਸੀ। ਕੁੜੀਆਂ ਉਸ ਦੀ ਗੁੱਤ ਵੇਖ ਕੇ ਖੁਸ਼ ਹੋਈਆਂ ਅਤੇ ਉਸ ਨੂੰ ਦੂਰੋਂ ਹੀ ਬਾਏ ਕਰਨ ਲੱਗ ਗਈਆਂ। ਪਰ ਲੇਖਕ ਨੂੰ ਇਹ ਤਾਂ ਸਮਝ ਨਹੀਂ ਲੱਗੀ ਕਿ ਪਹਾੜ ਨੇ ਕੁੜੀਆਂ ਨੂੰ ਕੀ ਜਵਾਬ ਦਿੱਤਾ, ਪਰ ਉਸ ਨੂੰ ਇਉਂ ਜਾਪ ਰਿਹਾ ਸੀ ਕਿ ਜਿਵੇਂ ਉਹ ਕਹਿ ਰਹੀ ਹੋਵੇ ਕਿ ਮੇਰੀ ਗੁੱਤ ਵੇਖ ਕੇ ਕੀ ਹੱਸਦੀ ਹੋ, ਤੁਹਾਡੇ ਵਾਲ ਤਾਂ ਹੈ ਹੀ ਨਹੀਂ, ਗੁੱਤ ਕਿੱਥੇ ਪਾਉਣੀ ਹੈ, ਕਿਉਂਕਿ ਕੁੜੀਆਂ ਨੇ ਨਵੇਂ ਹੇਅਰ ਸਟਾਈਲ ਬਣਾਉਣ ਦੇ ਲਈ ਵਾਲ ਕਟਵਾਏ ਸਨ। ਕੁਝ ਸਮੇਂ ਬਾਅਦ ਉਹ ਲਾਲ ਕੋਠੀ ਪਹੁੰਚ ਗਏ ਜੋ ਪਹਿਲਾਂ ਡਾਕ ਬੰਗਲਾ ਸੀ, ਪਰ ਅੱਜ ਕੱਲ੍ਹ ਸੈਰ ਸਪਾਟੇ ਅਤੇ ਪਰਬਤ ਰੋਹੀਆਂ ਦੀਆਂ ਸਰਗਰਮੀਆਂ ਦਾ ਕੇਂਦਰ ਬਣਿਆ ਸੀ। ਇੰਨੇ ਨੂੰ ਇਹ ਸ਼ਿਲਾਂਗ ਪਹੁੰਚੇ ਜਿੱਥੇ ਉਹਨਾਂ ਦੇ ਦੋਸਤ ਸਮਾਗ ਅਤੇ ਗਰਗ ਸਾਹਿਬ ਨੇ ਖਾਣਾ ਲਿਆਂਦਾ ਸੀ। ਉਹ ਖਾਧਾ ਅਤੇ ਪਹਾੜੀਆਂ ਦੇ ਤਸਵੀਰਾਂ ਲਈਆਂ। ਲੇਖਕ ਦੱਸਦਾ ਹੈ ਕਿ ਸ਼ਿਲਾਂਗ ਵਿੱਚ ਦਸੰਬਰ ਮਹੀਨੇ ਵਿੱਚ ਸਕੇਨਿੰਗ ਦਾ ਕੋਰਸ ਵੀ ਕਰਵਾਇਆ ਜਾਂਦਾ ਹੈ। ਉਸ ਸਮੇਂ ਇੱਥੇ ਬਰਫ਼ ਬਹੁਤ ਹੁੰਦੀ ਹੈ। ਇਸ ਤੋਂ ਬਾਅਦ ਉਹਨਾਂ ਵੱਖ-ਵੱਖ ਗਰੁੱਪ ਬਣਾਏ ਅਤੇ ਵਾਪਸੀ ਲਈ ਰਵਾਨਾ ਹੋਏ। ਇਸ ਵੇਲੇ ਲੇਖਕ ਦੇ ਨਾਲ ਬਹੁਤ ਸਾਰੇ ਉਹ ਵਿਅਕਤੀ ਸਨ ਜੋ ਥੱਕ ਕੇ ਪਿੱਛੇ ਰਹਿ ਗਏ ਸਨ, ਜਿਨ੍ਹਾਂ ਵਿੱਚੋਂ ਰਾਜ ਰਾਣੀ ਨੇ ਪਹਾੜੀ ਪੰਛੀ ਵੇਖਣੇ ਸਨ, ਕਿਸੇ ਨੂੰ ਜੁੱਤੀ ਲੱਗੀ ਸੀ, ਕਈਆਂ ਨੇ ਹੋਰ ਜਾਣਕਾਰੀ ਲੈਣੀ ਸੀ। ਫਿਰ ਉਹ ਮਨਾਲੀ ਤੋਂ ਸ਼ਿਲਾਂਗ ਵਾਲੀ ਸੜਕ 'ਤੇ ਜਾ ਪੁੱਜੇ ਜੋ ਲੋ ਸਪੀਤੀ ਵਾਦੀ ਤੋਂ ਲੰਘਦੀ ਹੋਈ ਲੇਹ ਨੂੰ ਜਾਂਦੀ ਹੈ। ਉੱਥੇ ਆਵਾਜਾਈ ਦਾ ਬਹੁਤ ਰੌਲਾ ਰੱਪਾ ਸੀ। ਸਸ਼ਿਸਟ ਕੋਲੋਂ ਲੰਘਦਿਆਂ ਉਸ ਨੂੰ ਚਾਟ ਵਾਲੀ ਗੱਲ ਯਾਦ ਆ ਗਈ ਸੀ। ਉਹ ਚਾਟ ਦੇ ਵਿਰੁੱਧ ਭਾਸ਼ਣ ਦੇਣ ਲੱਗ ਪਿਆ। ਕੁੜੀਆਂ ਉਸ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਸਨ, ਪਰ ਫਿਰ ਵੀ ਕਿਸੇ ਨੇ ਵੀ ਚਾਟ ਖਾਣ ਦੀ ਇੱਛਾ ਪ੍ਰਗਟ ਨਾ ਕੀਤੀ। ਇਸ ਤੋਂ ਬਾਅਦ ਉਹ ਆਪਣੇ ਕੈਂਪ ਦੇ ਸਥਾਨ 'ਤੇ ਪਹੁੰਚੇ। ਉੱਥੋਂ ਉਸਨੇ ਕੈਂਪ ਦੇ ਕਮਾਂਡੈਂਟ ਨੂੰ ਰਿਪੋਰਟ ਦਿੱਤੀ। ਸਾਰੇ ਖੁਸ਼ ਸਨ। ਫਿਰ ਰੁਪਿੰਦਰ ਨੇ ਅਖਬਾਰ ਛਾਪਣ ਵਜੋਂ ਪੁੱਛਿਆ। ਪਹਿਲਾਂ ਤਾਂ ਲੇਖਕ ਬੜਾ ਖਿੱਝ ਕੇ ਬੋਲਿਆ, ਜਿਸ ਕਾਰਨ ਸੰਪਾਦਕੀ ਮੰਡਲ ਵਾਲੀਆਂ ਕੁੜੀਆਂ ਆਪਣੇ ਕੰਮ ਵਿੱਚ ਲੱਗ ਗਈਆਂ। ਜਦੋਂ ਲੇਖਕ ਨੂੰ ਅਹਿਸਾਸ ਹੋਇਆ ਕਿ ਉਸਨੇ ਗੁੱਸੇ ਵਿੱਚ ਬੋਲਿਆ ਹੈ ਤਾਂ ਉਹ ਕੈਂਪ ਅਖਬਾਰ ਵਾਲੇ ਟੈਂਟ ਵਿੱਚ ਚਲਾ ਗਿਆ, ਪਰ ਉੱਥੇ ਕੁੜੀਆਂ ਬੜੀ ਜ਼ਿੰਮੇਵਾਰੀ ਨਾਲ ਆਪਣਾ ਕੰਮ ਨਿਭਾ ਰਹੀਆਂ ਸਨ। ਕਿਸੇ ਨੇ ਵੀ ਉਸ 'ਤੇ ਕੋਈ ਗਿਲਾ ਸ਼ਿਕਵਾ ਨਹੀਂ ਸੀ ਕੀਤਾ, ਪਰ ਕੁਝ ਚਿਰ ਬਾਅਦ ਉਸਨੇ ਅਖਬਾਰ ਨਾ ਛਾਪਣ ਦਾ ਫੈਸਲਾ ਕਰ ਲਿਆ, ਕਿਉਂਕਿ ਉਸ ਦਿਨ ਕੋਈ ਖਾਸ ਖਬਰ ਹੈ ਨਹੀਂ ਸੀ।
ਰਾਤ ਵੇਲੇ ਸਾਰਿਆਂ ਨੇ ਟਰੈਕਿੰਗ ਦੇ ਤਜਰਬੇ ਸਾਂਝੇ ਕੀਤੇ ਤਾਂ ਮਨਜੀਤ ਨੇ ਦੱਸਿਆ ਕਿ ਉਸ ਦੇ ਗਰੁੱਪ ਦੀਆਂ ਕੁੜੀਆਂ ਨੇ ਉਸ ਦੀ ਆਗਿਆ ਨਾਲ ਤਿਪਤੀਆਂ ਦੇ ਵਿਆਹ ਸਮਾਗਮ ਵੇਖਿਆ ਤੇ ਉੱਥੇ ਗਿੱਧਾ ਵੀ ਪਾਇਆ। ਵੀਨਾ ਰਾਣੀ ਨੇ ਮੈਨੂੰ ਵਿਆਹ ਦੇ ਅੰਮੀਏ ਨੀ ਮੈਂ ਕੋਠੇ ਜਿੱਡੀ ਹੋਈ ਬੋਲੀ ਪਾ ਕੇ ਸਾਰਿਆਂ ਨੂੰ ਝੂਮਣ ਲਾ ਦਿੱਤਾ। ਇਸ 'ਤੇ ਗੁਰਦਰਸ਼ਨ ਨੇ ਮਜ਼ਾਕ ਵਿੱਚ ਕਿਹਾ ਕਿ ਤਿੱਬਤੀ ਕੁੜੀਆਂ 2-2 ਫੁੱਟ ਦੀਆਂ ਹੁੰਦੀਆਂ ਹਨ, ਕੋਠੇ ਜਿੱਡੀਆਂ ਕਿਵੇਂ ਹੋ ਜਾਣਗੀਆਂ? ਤਾਂ ਲੇਖਕ ਨੇ ਕਿਹਾ ਕਿ ਉਹਨਾਂ ਦੇ ਘਰ ਦੇ ਹਿਸਾਬ ਨਾਲ ਉਹਨਾਂ ਦਾ ਕੱਦ ਵੀ ਠੀਕ ਹੈ। ਇਸੇ ਤਰ੍ਹਾਂ ਹਾਸਾ ਮਜ਼ਾਕ ਤੋਂ ਬਾਅਦ ਉਹ ਸਾਰੀਆਂ ਸੌਂ ਗਈਆਂ। ਇਹ ਸੀ ਪ੍ਰੀਤਮ ਰੁਪਾਲ ਦੁਆਰਾ ਲਿਖੀ ਹੋਈ ਇੱਕ ਪਹਾੜੀ ਪਹਾੜੀ ਦ੍ਰਿਸ਼ ਬਾਰੇ, ਉਹਨਾਂ ਨੇ ਇੱਕ ਪਹਾੜੀ ਯਾਤਰਾ ਬਾਰੇ ਦੱਸਿਆ। ਇਹ ਸੀ ਸਾਡੀ ਲੇਖ ਪੱਛੋਂ ਦੀਆਂ ਪੈਨ ਕਨੀਆਂ। ਧੰਨਵਾਦ।